अजामल पिंगला लुप्त कुंचर, गए हर के पास। ऐसे दुर्मत निस्तरै, तू क्यों ना तरੈ रविदास। ਅੱਗੇ ਸਤਿਗੁਰੂ ਜੀ ਸਾਨੂੰ ਉਦਾਹਰਨਾਂ ਦਿੰਦੇ ਨੇ ਕਿ ਭਾਈ ਅਜਾਮਲ ਮਹਾਪਾਪੀ ਸੀ, ਪਿੰਗਲਾ ਜਨਕਪੁਰੀ ਦੀ ਵੈਸ਼ਾ, ਲੁਬਤ ਸ਼ਿਕਾਰੀ ਅਤੇ ਕੁੰਚਰ ਹਾਥੀ, ਇਹ ਸਾਰੇ ਹੀ ਪਰਮਾਤਮਾ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਗਏ। ਇਹ ਸਾਧ ਸੰਗਤ ਜੀ ਜਿਵੇਂ ਅਜਾਮਲ ਨੇ ਆਪਣਾ ਜੋ ਜੀਵਨ ਆ ਉਹ ਸਫਲ ਕੀਤਾ, ਇਹ ਸਾਰੇ ਸਾਧ ਸੰਗਤ ਜੀ ਮਾੜੇ ਕਰਮਾਂ ਦੇ ਵਿੱਚ ਪਏ ਹੋਏ ਸਨ। ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰੈ ਰਵਿਦਾਸ। ਤੇ ਸਾਧ ਸੰਗਤ ਜੀ ਅਜਾਮਲ ਦੀ ਸੰਗਤ ਤਾਂ ਬਹੁਤ ਮਾੜੀ ਹੋ ਗਈ ਸੀ, ਫਿਰ ਵੀ ਜਦੋਂ ਸੱਚ ਦੇ ਮਾਰਗ ਤੇ ਚੱਲਿਆ, ਸਾਧੂ ਦੀ ਸੰਗਤ ਕੀਤੀ, ਸੰਤਾਂ ਦੀ ਸੰਗਤ ਕੀਤੀ, ਉਸ ਦਾ ਜੋ ਜੀਵਨ ਆ ਉਹ ਸਫਲ ਹੋ ਗਿਆ। ਤੇ ਆਓ ਸਾਧ ਸੰਗਤ ਜੀ, ਜੋ ਸਾਨੂੰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰ ਰਹੇ ਨੇ ਕਿ ਭਾਈ ਇਸ ਸੰਸਾਰ ਦੇ ਵਿੱਚ ਐਸੇ ਵੀ ਲੋਕ ਹੋਏ ਨੇ ਜੋ ਮਾੜੀ ਸੰਗਤ ਦੇ ਵਿੱਚ ਸਨ, ਪਰ ਸਾਧ ਸੰਗਤ ਜੀ ਉਹ ਸਾਧੂ ਸੰਗਤ ਕਰਕੇ ਇਸ ਸੰਸਾਰ ਤੋਂ ਤਰ ਗਏ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਜੋ ਸਾਧੂ ਦੀ ਸੰਗਤ ਕਰਦਾ ਆ, ਜੋ ਸੱਚ ਦੀ ਸੰਗਤ ਕਰਦਾ ਆ, ਉਸ ਦਾ ਜੋ ਜੀਵਨ ਹੈ ਨਾ ਸਾਧ ਸੰਗਤ ਜੀ ਉਹ ਤਰ ਜਾਂਦਾ ਹੈ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇਵ। ਐਸੇ ਹੀ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਦਾ। ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰੈ ਰਵਿਦਾਸ। ਜਿਵੇਂ ਸਾਧ ਸੰਗਤ ਜੀ ਅਜਾਮਲ ਇੱਕ ਬ੍ਰਾਹਮਣ ਦਾ ਪੁੱਤਰ ਸੀ ਅਤੇ ਕਨੌਜ ਸ਼ਹਿਰ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ ਰਾਜ ਪੁਰੋਹਿਤ ਸੀ। ਅਜਾਮਲ ਹਰ ਰੋਜ਼ ਸ਼ਹਿਰ ਵਿੱਚ ਗੁਰੂ ਪਾਸ ਵਿਦਿਆ ਪ੍ਰਾਪਤ ਕਰਨ ਲਈ ਆਸ਼ਰਮ ਜਾਇਆ ਕਰਦਾ ਸੀ। ਸਾਧ ਸੰਗਤ ਜੀ ਅਜਾਮਲ ਜੋ ਵੀ ਸ਼ਬਦ ਪੜ੍ਹਦਾ ਸੀ ਉਹ ਕੰਠ ਕਰ ਲੈਂਦਾ ਸੀ। ਤੇ ਹੋਇਆ ਕਿ ਸਾਧ ਸੰਗਤ ਜੀ ਉਸਨੇ 20 ਸਾਲਾਂ ਦੀ ਜੋ ਵਿਦਿਆ ਸੀ ਉਹ 10 ਸਾਲ ਦੇ ਵਿੱਚ ਹੀ ਪ੍ਰਾਪਤ ਕਰ ਲਈ। ਉਸ ਦੀ ਵਿਦਿਆ ਪੂਰੀ ਹੋਣ ਵਾਲੀ ਸੀ। ਅਜਾਮਲ ਦੇ ਗੁਰੂ ਅਕਸਰ ਉਸ ਨੂੰ ਸ਼ਹਿਰ ਤੋਂ ਬਾਹਰ ਜਾਣ ਦਾ ਉਪਦੇਸ਼ ਦਿੰਦੇ ਸਨ, ਕੰਮਕਾਰ ਦੱਸਦੇ ਸਨ। ਇੱਕ ਦਿਨ ਜਦੋਂ ਗੁਰੂ ਦੀ ਆਗਿਆ ਪਾ ਕੇ ਉਹ ਆਸ਼ਰਮ ਤੋਂ ਬਾਹਰ ਗਿਆ, ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਜੋ ਵੀ ਉਸ ਨੂੰ ਆਦੇਸ਼ ਹੋਇਆ ਸੀ ਉਹ ਕੰਮਕਾਰ ਕਰਨ ਗਿਆ। ਤਾਂ ਸ਼ਹਿਰ ਦੇ ਵਿੱਚ ਵੈਸ਼ਵਾਵਾਂ ਦੇ ਬਾਜ਼ਾਰ ਦੇ ਵਿੱਚੋਂ ਲੰਘਿਆ ਤੇ ਵੈਸ਼ਾ ਦੇ ਜਵਾਨ ਰੂਪ ਨੂੰ ਦੇਖ ਕੇ ਸਾਧ ਸੰਗਤ ਜੀ ਉਸ ਦੇ ਉੱਪਰੋਂ ਮੋਹਿਤ ਹੋ ਗਿਆ। ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਉਹ ਘਰ ਚਲਾ ਗਿਆ। ਤੇ ਸਾਧ ਸੰਗਤ ਜੀ ਘਰ ਜਾ ਕੇ ਉਸ ਦਾ ਮਨ ਪੜਨ ਦੇ ਵਿੱਚ, ਪੂਜਾ ਪਾਠ ਦੇ ਵਿੱਚ, ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਹੁਣ ਨਹੀਂ ਜੇ ਲੱਗ ਰਿਹਾ ਸੀ। ਇਸ ਪ੍ਰਕਾਰ ਕੁਝ ਦਿਨ ਉਹ ਵੈਸ਼ਿਆਵਾਂ ਦੇ ਬਾਜ਼ਾਰ ਦੇ ਵਿੱਚੋਂ ਲੰਘਦਾ ਰਿਹਾ। ਇੱਕ ਦਿਨ ਜਦੋਂ ਬਾਜ਼ਾਰ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਸੁੰਦਰ ਸਰੂਪ ਕਲਾਵਤੀ ਨੇ ਉਸ ਦੀ ਬਾਹ ਪਕੜ ਲਈ। ਉਸ ਨੂੰ ਸਾਧ ਸੰਗਤ ਜੀ ਆਪਣੇ ਜਾਲ ਦੇ ਵਿੱਚ ਫਸਾ ਕੇ ਜੋ ਪਾਪੀ ਕਰਮ ਨੇ ਉਹਨਾਂ ਦੇ ਵੱਲ ਲਗਾ ਲਿਆ, ਮਾੜੇ ਕਰਮਾਂ ਵੱਲ ਲਗਾ ਲਿਆ। ਹੁਣ ਅਜਾਮਲ ਦਾ ਜੋ ਮਨ ਸੀ ਨਾ ਸਾਧ ਸੰਗਤ ਜੀ, ਉਹ ਪਾਠ ਪੜਨ ਦੇ ਵਿੱਚ ਨਹੀਂ ਜੇ ਲੱਗਦਾ ਸੀ। ਇਹ ਸੱਚ ਹੈ ਸਾਧ ਸੰਗਤ ਜੀ, ਜਦੋਂ ਅਸੀਂ ਮਾੜੇ ਕਰਮਾਂ ਦੇ ਵਿੱਚ ਪੈ ਜਾਂਦੇ ਹਾਂ ਨਾ, ਸਾਡਾ ਮਨ ਜੋ ਹੈ ਉਹ ਪੂਜਾ ਪਾਠ ਦੇ ਵਿੱਚ ਨਹੀਂ ਜੇ ਲੱਗਦਾ। ਉਸਦੇ ਗੁਰੂ ਜੀ ਨੇ ਉਸਦੇ ਪਿਤਾ ਨੂੰ ਬੁਲਾ ਕੇ ਕਿਹਾ ਕਿ ਭਾਈ ਤੁਸੀਂ ਹੁਣ ਆਪਣੇ ਬੇਟੇ ਦੀ ਸ਼ਾਦੀ ਕਰ ਦਿਓ। ਸਾਧ ਸੰਗਤ ਜੀ ਜਦੋਂ ਉਹਨਾਂ ਦੇ ਗੁਰੂ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਉਸਦੇ ਪਿਤਾ ਜੀ ਨੂੰ ਬੁਲਾ ਕੇ ਕਿਹਾ ਭਾਈ ਆਪਣੇ ਬੇਟੇ ਦੀ ਹੁਣ ਤੁਸੀਂ ਸ਼ਾਦੀ ਕਰ ਦਿਓ। ਇਸ ਦਾ ਜੋ ਕੁਆਰਾ ਰਹਿਣਾ ਆ ਉਹ ਹੁਣ ਯੋਗ ਨਹੀਂ ਹੈ, ਠੀਕ ਨਹੀਂ ਹੈ। ਤੇ ਸਾਧ ਸੰਗਤ ਜੀ ਅਜਾਮਲ ਦਾ ਜੋ ਬਾਪ ਸੀ ਉਹ ਰਾਜ ਪੰਡਤ ਸੀ, ਉਸਦੇ ਜੋ ਪਿਤਾ ਜੀ ਸਨ, ਉਹਨਾਂ ਨੇ ਝਟਪਟ ਹੀ ਥੋੜੇ ਦਿਨਾਂ ਦੇ ਵਿੱਚ ਪ੍ਰਬੰਧ ਕਰਕੇ ਅਜਾਮਲ ਦਾ ਜੋ ਵਿਆਹ ਸੀ ਉਹ ਕਰਾ ਦਿੱਤਾ। ਅਜਾਮਲ ਦੀ ਪਤਨੀ ਬਹੁਤ ਗੁਣਵੰਤੀ ਸੀ।
ਪਰ ਸਾਧ ਸੰਗਤ ਜੀ, ਅਜਾਮਲ ਨੇ ਵੈਸ਼ਿਆ ਦੀ ਸੰਗਤ ਨਹੀਂ ਜੇ ਛੱਡੀ, ਉਸ ਦੇ ਨਾਲ ਪ੍ਰੀਤੀ ਨਹੀਂ ਜੇ ਛੱਡੀ। ਇੱਕ ਦਿਨ ਕੀ ਹੋਇਆ, ਅਜਾਮਲ ਦਾ ਜੋ ਬਾਪ ਸੀ ਉਹ ਪਰਲੋਕ ਸਿਧਾਰ ਗਿਆ। ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਰਾਜ ਪੰਡਤ ਬਣਾ ਦਿੱਤਾ। ਰਾਜ ਪੰਡਤ ਬਣ ਜਾਣ ਤੋਂ ਬਾਅਦ ਉਸ ਦੀ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਅਤੇ ਰਾਜ ਦਾ ਆਗੂ ਬਣ ਗਿਆ। ਪਰ ਸਾਧ ਸੰਗਤ ਜੀ, ਇੰਨਾ ਕੁਝ ਮਿਲਣ ਤੋਂ ਬਾਵਜੂਦ ਵੀ ਅਜਾਮਲ ਨੇ ਜੋ ਪਿਛਲਾ ਉਸ ਦਾ ਜੀਵਨ ਸੀ ਉਹ ਨਹੀਂ ਜੇ ਛੱਡਿਆ। ਉਹ ਵੈਸ਼ਿਆ ਪਾਸ ਜਾਣ ਲੱਗ ਪਿਆ, ਉਸਨੇ ਜਾਣਾ ਨਹੀਂ ਜੇ ਛੱਡਿਆ। ਤੇ ਸਾਧ ਸੰਗਤ ਜੀ, ਇਨਸਾਨ ਜਿੰਨਾ ਵੱਡਾ ਹੋਵੇ ਨਾ, ਉਸ ਦੀ ਗੱਲਾਂ ਜੋ ਓਨੀਆਂ ਜ਼ਿਆਦਾ ਫੈਲਦੀਆਂ ਨੇ। ਜੋ ਜਿੰਨਾ ਜ਼ਿਆਦਾ ਵੱਡਾ ਹੋਵੇ, ਫੇਮਸ ਹੋਵੇ, ਜਿੰਨਾ ਮਸ਼ਹੂਰ ਹੋਵੇ, ਜਿੰਨੇ ਜ਼ਿਆਦਾ ਲੋਕ ਜਿਹਨੂੰ ਜਾਣਦੇ ਹੋਣ, ਉਨੀ ਹੀ ਜ਼ਿਆਦਾ ਉਸ ਦੀ ਬਦਨਾਮੀ ਹੁੰਦੀ ਹੈ। ਤਾਂ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਰਾਜ ਪੰਡਤ ਵੈਸ਼ਿਆ ਦੇ ਕੋਲ ਜਾਂਦਾ ਆ, ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਫੈਲ ਗਈ ਤੇ ਰਾਜੇ ਕੋਲ ਵੀ ਇਹ ਗੱਲ ਪਹੁੰਚੀ। ਰਾਜਾ ਨੇ ਅਜਾਮਲ ਨੂੰ ਆਪਣੇ ਪਾਸ ਬੁਲਾ ਕੇ ਸਮਝਾਇਆ ਕਿ ਭਾਈ, ਤੁਸੀਂ ਰਾਜ ਪੰਡਤ ਹੋ, ਤੁਹਾਨੂੰ ਐਸੇ ਖੋਟੇ ਕਰਮ ਕਰਦੇ ਤੁਸੀਂ ਚੰਗੇ ਨਹੀਂ ਜੇ ਲੱਗਦੇ, ਨਹੀਂ ਜੇ ਕਰਨੇ ਚਾਹੀਦੇ, ਤੇ ਤੁਹਾਨੂੰ ਵੈਸ਼ਿਆ ਦੇ ਕੋਲ ਜਾਣਾ ਛੱਡ ਦੇਣਾ ਚਾਹੀਦਾ ਆ। ਅਜਾਮਲ ਨੇ ਉੱਤਰ ਦਿੱਤਾ, ਸਾਧ ਸੰਗਤ ਜੀ, ਕਿ ਮੈਂ ਕਲਾਵਤੀ ਨਾਲ ਪ੍ਰੇਮ ਕਰਦਾ ਹਾਂ, ਮੈਂ ਉਸ ਨੂੰ ਨਹੀਂ ਜੇ ਛੱਡ ਸਕਦਾ। ਸਾਧ ਸੰਗਤ ਜੀ, ਰਾਜੇ ਨੇ ਅਜਾਮਲ ਤੇ ਕਲਾਵਤੀ ਨੂੰ ਆਪਣੇ ਰਾਜ ਤੋਂ ਬਾਹਰ ਕੱਢ ਦਿੱਤਾ। ਹੁਣ ਅਜਾਮਲ ਤੇ ਕਲਾਵਤੀ ਸ਼ਹਿਰ ਬਾਹਰ ਛੰਨ ਪਾ ਕੇ ਰਹਿਣ ਲੱਗੇ, ਝੌਂਪੜੀ ਦੇ ਵਿੱਚ। ਹੁਣ ਅਜਾਮਲ ਹਰ ਰੋਜ਼ ਜੰਗਲਾਂ ਨੂੰ ਚਲਾ ਜਾਂਦਾ, ਸ਼ਾਮ ਨੂੰ ਸ਼ਿਕਾਰ ਕਰਕੇ ਮੁੜਦਾ। ਤੇ ਸਮਾਂ ਬੀਤਦਾ ਗਿਆ। ਸਾਧ ਸੰਗਤ ਜੀ, ਉਸ ਦੇ ਘਰ 6 ਪੁੱਤਰ ਸਨ ਤੇ 7ਵਾਂ ਪੁੱਤਰ ਪੈਦਾ ਹੋਣ ਵਾਲਾ ਸੀ। ਇੱਕ ਦਿਨ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਐਸਾ ਸਬੱਬ ਬਣਿਆ ਕਿ ਸਾਧੂ ਮਹਾਤਮਾ ਉਸ ਦੇ ਘਰ ਆ ਗਏ। ਪਰ ਕਲਾਵਤੀ ਕੋਲ ਸੰਤਾਂ ਨੂੰ ਦੇਣ ਵਾਸਤੇ ਕੁਝ ਨਹੀਂ ਸੀ। ਜਦੋਂ ਅਜਾਮਲ ਘਰ ਆਇਆ, ਸਾਧ ਸੰਗਤ ਜੀ, ਉਹ ਜਾਨਵਰ ਮਾਰ ਕੇ ਲੈ ਆਇਆ ਸੀ। ਪਰ ਉਸਦੀ ਕਲਾਵਤੀ ਨੇ ਸਾਧ ਸੰਗਤ ਜੀ ਜਾਨਵਰ ਨਾ ਜੇ ਬਣਾਉਣ ਦਿੱਤਾ। ਉਸਨੇ ਆਖਿਆ ਕਿ ਹੇ ਪਤੀ ਦੇਵ, ਅੱਜ ਆਪਣੇ ਘਰ ਸਾਧੂ ਸੰਤ ਆਏ ਨੇ, ਅੱਗੇ ਹੀ ਸਾਡੇ ਬਹੁਤ ਮਾੜੇ ਕਰਮ ਨੇ ਕਿ ਸਾਨੂੰ ਸਮਾਜ ਨੇ ਤਿਰਸਕਾਰ ਦਿੱਤਾ ਆ। ਪਤਾ ਨਹੀਂ ਕਿਸ ਕੋ ਕਰਮ ਬਦਲੇ ਇਹ ਦਸ਼ਾ ਹੋਈ ਹੈ। ਸਾਨੂੰ ਅੱਜ ਮਾਸ ਨਹੀਂ ਜੇ ਭੁੰਨਣਾ ਚਾਹੀਦਾ। ਹੋ ਸਕਦਾ ਹੈ ਕਿ ਮਹਾਤਮਾ ਕੋਈ ਚੰਗਾ ਵਚਨ ਕਰ ਜਾਣ ਜਿਸ ਨਾਲ ਸਾਡਾ ਕਲਿਆਣ ਹੋਵੇ। ਪਤੀ ਪਤਨੀ ਨੇ ਭੁੱਜੇ ਹੋਏ ਦਾਣੇ ਅਤੇ ਗੁੜ ਸੰਤਾਂ ਅੱਗੇ ਭੇਟ ਕੀਤੇ। ਦੋਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਅਸੀਂ ਬਹੁਤ ਖੋਟੇ ਕਰਮ ਕੀਤੇ ਨੇ, ਸਾਡਾ ਕਲਿਆਣ ਕਰੋ। ਤੇ ਸਾਧ ਸੰਗਤ ਜੀ, ਜਦੋਂ ਇਨਸਾਨ ਸੱਚੇ ਮਨੋਂ ਪਛਤਾਉਂਦਾ ਹੈ ਨਾ, ਆਪਣੇ ਦਿਲੋਂ ਅਰਦਾਸ ਕਰਦਾ ਹੈ ਉਸ ਮਹਾਪੁਰਸ਼ਾਂ ਦੇ ਅੱਗੇ, ਸਤਿਗੁਰਾਂ ਦੇ ਅੱਗੇ, ਪਰਮਪਿਤਾ ਪਰਮਾਤਮਾ ਅੱਗੇ, ਕਹਿ ਰਵਿਦਾਸ ਹੱਥ ਪੈ ਨੇੜੇ। ਉਹ ਪਰਮਾਤਮਾ ਜੋ ਸਾਡੇ ਹੱਥ ਤੋਂ ਵੀ ਨੇੜੇ ਹੈ। ਜਦੋਂ ਅਸੀਂ ਆਪਣੇ ਕੀਤੇ ਹੋਏ ਕਰਮਾਂ ਤੇ ਪਛਤਾਉਂਦੇ ਹਾਂ ਸੱਚੇ ਮਨ ਦੇ ਨਾਲ, ਜੋ ਪੇ ਹਮਨਾ ਪਾਪ ਕਰੰਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ, ਕਿ ਭਾਈ ਉਹ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ ਜਦੋਂ ਇਨਸਾਨ ਅੰਦਰੋਂ ਪਛਤਾਵਾ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ, ਉਸ ਦੇ ਦਰਬਾਰ ਦੇ ਵਿੱਚ ਚੁਸਤ ਚਲਾਕੀਆਂ ਨਹੀਂ ਜੇ ਚੱਲਦੀਆਂ। ਤਾਂ ਪਤੀ ਪਤਨੀ ਨੇ ਬੇਨਤੀ ਕੀਤੀ ਕਿ ਸਾਡੇ ਬਹੁਤ ਖੋਟੇ ਕਰਮ ਕੀਤੇ ਨੇ, ਸਾਡੇ ਤੇ ਕਿਰਪਾ ਕਰੋ। ਤੇ ਸਾਧ ਸੰਗਤ ਜੀ, ਸੰਤ ਅਨੰਤ ਹੈ, ਅੰਤਰ ਨਾਹੀ। ਤੇ ਸੰਤਾਂ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਜੇ ਹੁੰਦਾ। ਪ੍ਰਭੂ ਰੂਪ ਸੰਤਾਂ ਨੇ ਵਚਨ ਕੀਤਾ ਕਿ ਤੁਹਾਡੇ ਘਰ 7ਵਾਂ ਪੁੱਤਰ ਪੈਦਾ ਹੋਏਗਾ, ਉਸ ਦਾ ਨਾਮ ਤੁਸੀਂ ਨਾਰਾਇਣ ਰੱਖ ਦੇਣਾ। ਉਸ ਨੂੰ ਬਹੁਤ ਪਿਆਰ ਕਰਨਾ, ਤੁਹਾਡਾ ਉਦਾਰ ਹੋ ਜਾਵੇਗਾ। ਇਹ ਉਪਦੇਸ਼ ਦੇ ਕੇ, ਵਚਨ ਦੇ ਕੇ ਸਾਧੂ ਚਲੇ ਗਏ। ਤੇ ਸਾਧ ਸੰਗਤ ਜੀ, ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਉਸ ਦਾ ਨਾਮ ਉਹਨਾਂ ਨੇ ਸਾਧੂ ਦੇ ਵਚਨ ਦੇ ਅਨੁਸਾਰ ਨਾਰਾਇਣ ਰੱਖਤਾ। ਉਸ ਦੇ ਨਾਲ ਉਹ ਬੜੀ ਪ੍ਰੀਤੀ ਕਰਦੇ ਨੇ। ਸਾਧ ਸੰਗਤ ਜੀ, ਜਿੱਧਰ ਵੀ ਜਾਂਦਾ ਆ, ਉੱਠਦਾ ਹੈ, ਬੈਠਦਾ, ਉਸ ਨੂੰ ਨਾਰਾਇਣ ਨਾਰਾਇਣ ਕਹਿ ਕੇ ਬੁਲਾਉਂਦੇ ਨੇ। ਤੇ ਸਾਧ ਸੰਗਤ ਜੀ, ਜਿੱਥੇ ਪ੍ਰਮਾਤਮਾ ਦਾ ਨਾਮ ਗੁੰਜਣਾ ਸ਼ੁਰੂ ਹੋ ਜਾਂਦਾ ਹੈ ਨਾ, ਹੌਲੀ ਹੌਲੀ ਉਸ ਘਰ ਦੇ ਵਿੱਚ ਚੰਗੇ ਕਰਮ ਆਣੇ ਸ਼ੁਰੂ ਹੋ ਜਾਂਦੇ ਨੇ, ਬਰਕਤ ਆਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅਜਾਮਲ ਦਾ ਅੰਤ ਸਮਾਂ ਆਇਆ ਤਾਂ ਧਰਮਰਾਜ ਦੇ ਯਮਦੂਤ ਉਸ ਨੂੰ ਲੈਣ ਆਏ। ਤੇ ਸਾਧ ਸੰਗਤ ਜੀ, ਯਮਦੂਤਾਂ ਦਾ ਭਿਆਨਕ ਰੂਪ ਦੇਖ ਕੇ ਉਹ ਬਹੁਤ ਡਰ ਗਿਆ। ਉਸਨੇ ਅੰਤ ਸਮੇਂ ਆਪਣੇ ਪੁੱਤਰ ਨਾਰਾਇਣ ਨੂੰ ਪੁਕਾਰਨਾ ਸ਼ੁਰੂ ਕਰ ਦਿੱਤਾ। ਤੇ ਸਾਧ ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਭਾਈ ਜੋ ਅੰਤ ਸਮੇਂ ਉਸ ਪਰਮਾਤਮਾ ਨੂੰ ਯਾਦ ਕਰਦਾ ਆ ਨਾ,
ਉਸ ਦਾ ਵੀ ਭਲਾ ਹੋ ਜਾਂਦਾ ਹੈ। ਤੇ ਅੰਤ ਸਮੇਂ ਜੋ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਸਾਧ ਸੰਗਤ ਜੀ, ਪ੍ਰਮਾਤਮਾ ਉਸ ਦੀ ਬਾਂਹ ਜ਼ਰੂਰ ਫੜਦਾ ਹੈ। ਤੇ ਧਰਮਰਾਜ ਦੇ ਯਮਦੂਤਾਂ ਨੇ ਸਮਝਿਆ ਕਿ ਇਹ ਤਾਂ ਭਾਈ ਨਾਰਾਇਣ ਦਾ ਭਗਤ ਹੈ, ਜੋ ਅੰਤ ਸਮੇਂ ਨਾਰਾਇਣ ਨੂੰ ਪੁਕਾਰ ਰਿਹਾ ਆ। ਇਸ ਲਈ ਧਰਮਰਾਜ ਦੇ ਯਮਦੂਤ ਇੱਕ ਪਾਸੇ ਹਟ ਗਏ ਅਤੇ ਨਾਰਾਇਣ ਦੇ ਦੂਤ ਆ ਕੇ ਉਸ ਨੂੰ ਆਪਣੇ ਨਾਲ ਲੈ ਗਏ, ਸੱਚਖੰਡ ਦੇ ਵਿੱਚ ਲੈ ਗਏ। ਤੇ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਅਜਾਮਲ ਦੀ ਸਾਨੂੰ ਗੱਲ ਕਰਦੇ ਨੇ ਕਿ ਭਾਈ ਜਦੋਂ ਮਾੜੇ ਕਰਮਾਂ ਵਾਲਾ ਇਨਸਾਨ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਸਾਧੂ ਸੰਗਤ ਦੇ ਨਾਲ, ਸਾਧੂ ਸੰਗਤ ਦੇ ਸੰਤਾਂ ਦੇ ਵਚਨਾਂ ਦੇ ਅਨੁਸਾਰ ਚੱਲਦਾ ਆ। ਕਿੰਨੇ ਵੀ ਇਨਸਾਨ ਨੇ ਮਾੜੇ ਕਰਮ ਕੀਤੇ, ਹੁਣ ਸਾਧ ਸੰਗਤ ਜੀ ਜਦੋਂ ਵੀ ਪਛਤਾਵਾ ਹੋਵੇ ਨਾ, ਸਾਨੂੰ ਵਾਪਸ ਆ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਵੀ ਘਰੋਂ ਕੋਈ ਚਲਾ ਜਾਂਦਾ ਆ, ਜਬ ਜਾਗੇ ਤਦੇ ਸਵੇਰਾ। ਤੇ ਸਾਧ ਸੰਗਤ ਜੀ, ਚਾਹੇ ਕੋਈ ਵੀ ਮਾੜਾ ਕਰਮ ਕਰ ਰਿਹਾ ਆ, ਅਗਰ ਉਹ ਅੰਦਰੋਂ ਪਛਤਾਵਾ ਕਰਦਾ, ਸਾਨੂੰ ਵੀ ਉਸਦਾ ਸਾਥ ਦੇਣਾ ਚਾਹੀਦਾ ਹੈ। ਅਗਰ ਉਹ ਪਛਤਾ ਰਿਹਾ ਹੈ ਆਪਣੇ ਕੀਤੇ ਹੋਏ ਕਰਮਾਂ ਤੇ, ਵਾਪਸ ਆਉਣਾ ਚਾਹੁੰਦਾ ਹੈ, ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ, ਜਿਵੇਂ ਅਜਾਮਲ ਨੇ ਕੀਤੀ। ਜਦੋਂ ਉਸਦੇ ਘਰ ਸਾਧ ਸੰਗਤ ਜੀ ਸੰਤਾਂ ਦੇ ਚਰਨ ਪਏ, ਉਸਨੇ ਆਪਣੇ ਕੀਤੇ ਹੋਏ ਕਰਮਾਂ ਤੇ ਪਛਤਾਵਾ ਕੀਤਾ। ਇਹ ਵੀ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਜੀ ਕਿ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕੀਤੇ, ਪਰ ਮਾੜੇ ਕਰਮਾਂ ਨੂੰ ਰੋਕ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਵੀ ਬਹੁਤ ਵੱਡਾ ਕਦਮ ਹੈ। ਨਹੀਂ ਤਾਂ ਬਹੁਤ ਸਾਰੇ ਜੀਵ ਐਸੇ ਨੇ ਸਾਧ ਸੰਗਤ ਜੀ ਜੋ ਮਾੜੇ ਕਰਮ ਕਰਕੇ ਹੀ ਤੁਰ ਜਾਂਦੇ ਨੇ। ਪਰ ਪ੍ਰਮਾਤਮਾ ਹਰ ਕਿਸੇ ਨੂੰ ਮੌਕਾ ਜ਼ਰੂਰ ਦਿੰਦਾ ਹੈ ਸਾਧ ਸੰਗਤ ਜੀ ਕਿ ਭਾਈ ਤੁਸੀਂ ਅੱਜ ਜੇ ਮਾੜੇ ਕਰਮ ਕਰ ਰਹੇ ਹੋ, ਤੁਹਾਡੇ ਮਨ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਕਿ ਭਾਈ ਇਹ ਮਾੜਾ ਕਰਮ ਹੈ, ਇਸ ਨੂੰ ਛੱਡ ਦੇ। ਤੇ ਸਾਧ ਸੰਗਤ ਜੀ ਜੋ ਉਸ ਆਵਾਜ਼ ਨੂੰ ਸੁਣ ਲੈਂਦਾ ਆ, ਉਸ ਦਾ ਜੋ ਜੀਵਨ ਉਹ ਸਫਲ ਹੋ ਜਾਂਦਾ ਹੈ। ਸਵਾਓ ਅੱਜ ਦੀਆਂ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰੀਏ ਕਰਨਾ ਸਾਧ ਸੰਗਤ ਜੀ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ, ਜਿੰਨੇ ਵੀ ਸਾਡੇ ਮਹਾਂਪੁਰਸ਼ ਹੋਏ ਨੇ, ਉਹਨਾਂ ਦੇ ਦਿਖਾਏ ਮਾਰਗ ਤੇ ਚੱਲੀਏ, ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ। ਪੜੋ, ਜੁੜੋ, ਸੰਘਰਸ਼ ਕਰੋ ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਈਏ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਅੱਛੀ ਸਿੱਖਿਆ ਦਿਓ। ਸਤ ਸੰਗਤ ਮਿਲ ਰਹੀ ਹੈ ਮਾਧੋ ਕਿ ਭਾਈ ਅਸੀਂ ਆਪਸ ਦੇ ਵਿੱਚ ਮਿਲ ਜੁਲ ਕੇ ਰਹੀਏ, ਜੁੜ ਕੇ ਰਹੀਏ। ਸੰਘਰਸ਼ ਕਰੋ, ਪਰਾਧੀਨਤਾ ਪਾਪ ਹੈ, ਜਾਣ ਲਿਓ ਰੇ ਮੀਤ। ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਸਾਧ ਸੰਗਤ ਜੀ, ਮਾਨਸਿਕ ਤੇ ਗੁਲਾਮੀ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੁੰਦੀ ਹੈ। ਇਹ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੀ ਗੁਲਾਮੀ ਵੀ ਮਾੜੀ ਹੈ। ਅਸੀਂ ਹਰ ਪ੍ਰਕਾਰ ਦੀ ਗੁਲਾਮੀ ਤੋਂ ਬਚਣਾ ਹੈ। ਤੇ ਜਦੋਂ ਸਾਡਾ ਸੰਘਰਸ਼ ਕਾਮਯਾਬ ਹੋ ਗਿਆ, ਫਿਰ ਸਭ ਦਾ ਹੀ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅਨ, ਛੋਟ ਬੜੇ ਸਭ ਸੰਬਸੈ। ਰਵਿਦਾਸ ਰਹਿ ਪ੍ਰਸੰਨ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਸੋ ਸਾਧ ਸੰਗਤ ਜੀ, ਸਭ ਦਾ ਭਲਾ ਮੰਗਿਆ ਕਰੋ। ਸਤਿਗੁਰੂ ਜੀ ਫਰਮਾਉਂਦੇ, ਭਾਈ ਜੋ ਸਭ ਦਾ ਭਲਾ ਮੰਗਦਾ ਆ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਸੋ ਸਾਧ ਸੰਗਤ ਜੀ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੀਏ, ਸੱਚ ਦਾ ਮਾਰਗ ਚੁਣੀਏ। ਜੋ ਮਾਰਗ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਚੁਣਿਆ, ਜੋ ਮਾਰਗ ਸਤਿਗੁਰੂ ਵਾਲਮੀਕ ਮਹਾਰਾਜ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੁਣਿਆ, ਉਸ ਮਾਰਗ ਤੇ ਚੱਲੀਏ। ਆਪਣੇ ਜੀਵਨ ਨੂੰ ਸਵਾਰੀਏ, ਆਪਣਾ ਭਲਾ ਕਰੀਏ ਤੇ ਸਭ ਦਾ ਹੀ ਭਲਾ ਕਰੀਏ। ਇੰਨੀਆਂ ਕੁ ਬੇਨਤੀਆਂ ਜਿਹਦੀਆਂ ਸਵੀਕਾਰ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ, ਕਰੈ ਆਨ ਕੀ ਆਸ। ਤੇ ਨਰ ਦੋਜਕ ਜਾਏਂਗੇ, ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਏਂਗੇ, ਸਤ ਪਾਖੈ ਰਵਿਦਾਸ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਸਤਨਾਮ ਸਤਨਾਮ, ਸੋਹੰ ਸਤਨਾਮ।